ਹੈਲੋ ਦੋਸਤੋ, ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਰਣਜੀਤ ਇੰਸਟੀਚਿਊਟ ਆਫ ਮੈਥਮੈਟਿਕਸ। ਆਪਾਂ ਕੰਪੀਟੀਟਿਵ ਐਗਜ਼ਾਮ ਦੇ ਲਈ ਜਿਹੜੀ ਸੀਰੀਜ਼ ਕਰ ਰਹੇ ਹਾਂ ਐਵਰੇਜ ਚੈਪਟਰ ਦਾ ਅੱਜ ਸੈਕੰਡ ਲੈਸਨ ਹੈ ਤੇ ਇਹ ਕੱਲ ਅਸੀਂ 4 ਕੁਐਸਚਨ ਕੀਤੇ ਸੀਗੇ ਲਾਸਟ ਲੈਕਚਰ ਦੇ ਵਿੱਚ ਤੇ ਹੁਣ ਆਪਾਂ ਜਿਹੜਾ ਹੁਣ ਉਸ ਤੋਂ ਨੈਕਸਟ ਗੱਲ ਕਰਾਂਗੇ ਜਿਹੜੇ ਹੁਣ ਇਹ ਕੁਐਸਚਨ ਨੇ ਇਹ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਨੇ। ਇਹਦੇ ਵਿੱਚ ਇੱਕ ਦੋ ਕੁਐਸਚਨ ਇਦਾਂ ਦੇ ਨੇ ਜਿਵੇਂ ਟ੍ਰੇਨਸ ਵਾਲੇ ਕੁਐਸਚਨ ਨੇ, ਉਹ ਵੀ ਐਵਰੇਜ 'ਚ ਗਿਣੇ ਜਾਂਦੇ ਨੇ ਬਟ ਸਮਾਂ ਅਸੀਂ ਸੋਚਦੇ ਹਾਂ ਕਿ ਉਹ ਤਾਂ ਟ੍ਰੇਨ ਵਾਲਾ ਕੁਐਸਚਨ ਉਹ ਐਵਰੇਜ ਦਾ ਨਹੀਂ ਹੈਗਾ। ਬਟ ਜੇ ਇੱਕ ਟ੍ਰੇਨ ਪਹਿਲਾਂ ਇੰਨੇ ਦੀ ਸਪੀਡ 'ਤੇ ਜਾਂਦੀ ਹੈ ਫਿਰ ਇੰਨੇ ਦੀ ਸਪੀਡ ਹੋ ਗਈ ਜਾਂ ਕੋਈ ਪਰਸਨ A to B ਡਿਸਟੈਂਸ ਕਵਰ ਕਰਨ ਲਈ ਇੱਥੋਂ ਇੱਥੇ ਗਿਆ ਜਾਂ ਇੱਥੋਂ ਕਿੱਥੋਂ ਕਿੱਥੇ ਗਿਆ ਕਿੰਨੀ ਦੀ ਸਪੀਡ 'ਤੇ ਗਿਆ, ਜੇ ਉਹਨਾਂ ਦੀ ਐਵਰੇਜ ਫਾਈਂਡ ਕਰਨੀ ਹੋਵੇ ਤਾਂ ਅਸੀਂ ਉੱਦਾਂ ਦੇ ਕੁਐਸਚਨ ਅੱਜ ਕਰਾਂਗੇ। ਸੋ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹਾਂ ਦੇਖੋ, ਦਿਸ ਇਜ਼ ਦਾ ਨੈਕਸਟ ਕੁਐਸਚਨ ਸੇਮ ਟੂ ਸੇਮ ਜਿੱਦਾਂ ਆਪਾਂ ਪਹਿਲਾਂ ਕੀਤਾ ਲਾਸਟ ਵੀਡੀਓ ਦੇ ਵਿੱਚ। ਇਹ ਕੁਐਸਚਨ ਹੈ ਇਹ ਮੈਨ ਵਾਟ 13 ਸ਼ਰਟ, ਕੋਈ ਆਦਮੀ 13 ਸ਼ਰਟਾਂ ਖਰੀਦਦਾ ਹੈ, 50 ਰੁਪਏ ਦੀ ਹਰ ਇੱਕ ਸ਼ਰਟ ਤੇ 15 ਪੈਂਟਸ ਖਰੀਦਦਾ ਹੈ ਕਿੰਨੇ ਦੀਆਂ 60 ਰੁਪਏ ਦੀ ਹਰ ਇੱਕ। 12 ਪੇਅਰ ਆਫ ਸ਼ੂਜ਼ ਖਰੀਦਦਾ ਉਹ 65 ਦੇ। ਅਸੀਂ ਨੇ ਕੀ ਦੱਸਣਾ ਫਾਈਂਡ ਦੀ ਐਵਰੇਜ। ਐਵਰੇਜ ਦਾ ਮਤਲਬ ਕੀ ਹੈ ਕਿ ਸਾਨੂੰ ਕੱਲੀ ਕੱਲੀ ਦੀ ਪੂਰੀ ਵੈਲਿਊ ਮਤਲਬ ਸਾਰੀ ਉਹਦੀ ਐਵਰੇਜ ਜੇ ਉਹ ਸਾਰੀਆਂ ਚੀਜ਼ਾਂ ਤੇ ਇੱਕੋ ਹੀ ਰੇਟ ਲਾਉਂਦਾ ਤਾਂ ਕਿੰਨਾ ਕਿੰਨਾ ਲੱਗਦਾ। ਦੇਖੋ ਉਸ ਬੰਦੇ ਨੇ 13 ਸ਼ਰਟਾਂ ਖਰੀਦੀਆਂ ਨੇ, ਇੱਕ ਕਿੰਨੇ ਦੀ ਹੈ, ਟੋਟਲ ਰੁਪਈਏ ਕਿੰਨੇ ਬਣਨਗੇ 30 ਨੂੰ ਸਾਨੂੰ 50 ਨਾਲ ਕੀ ਕਰਨਾ ਪਊਗਾ ਮਲਟੀਪਲਾਈ, ਇਹ ਕੁਛ ਰੁਪਏ ਹੋ ਗਏ ਪਲੱਸ ਫਿਰ 50 ਨੂੰ 60 ਨਾਲ ਮਲਟੀਪਲਾਈ ਕਰਨਾ ਪਊਗਾ ਕਿਉਂਕਿ ਉਹ ਪੈਂਟ ਦਾ ਆਪਾਂ ਨੇ ਅਸੀਂ ਆਬਜੈਕਟਿਵ ਕਰ ਲਿਆ। ਇਸ ਲਈ ਸਾਨੂੰ ਸਾਰੀਆਂ ਚੀਜ਼ਾਂ ਐ ਨਹੀਂ ਲਿਖਣ ਦੀ ਲੋੜ ਵੀ ਕੱਲੀ ਡਿਟੇਲ 'ਚ ਲਿਖੀ। ਅਸੀਂ ਸਮਝਦੇ ਇੰਨੀ ਗੱਲ ਵੀ ਮਤਲਬ ਕੁਛ ਚੀਜ਼ਾਂ ਅਸੀਂ ਇੱਦਾਂ ਹੀ ਫਾਸਟ ਕਰਦੇ ਰਹਾਂਗੇ, ਫਾਸਟ ਕਰਨ ਵਾਸਤੇ ਕੰਮ। ਫਿਰ 12 ਨੂੰ ਅਸੀਂ ਕੀ ਕਰਾਂਗੇ, ਹਾਂ 65 ਨਾਲ ਮਲਟੀਪਲਾਈ ਕਰਾਂਗੇ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹਦੇ ਨੀਚੇ ਕਿੰਨਾ ਹੋਊ, ਬਸ ਇੰਨੀ ਕੁਐਸਚਨ। ਕਿਉਂਕਿ ਦੇਖੋ ਸੋਚ ਕੇ ਬੋਲੋ ਆਨਸਰ, ਇੱਦਾਂ ਨਹੀਂ। ਆਪਾਂ ਐਵਰੇਜ ਫਾਈਂਡ ਕਰ ਰਹੇ ਹਾਂ, ਉੱਪਰ ਆਪਾਂ ਲਿਖਣਾ ਟੋਟਲ ਜਿੰਨੇ ਰੁਪੀਜ਼ ਖਰਚ ਹੋਏ ਨੇ, ਥੱਲੇ ਆਪਾਂ ਲਿਖਣੇ ਨੇ ਨੰਬਰ ਆਫ ਚੀਜ਼ਾਂ, ਕਿੰਨੀਆਂ ਚੀਜ਼ਾਂ ਨੇ। 13 ਤਾਂ ਸ਼ਰਟਾਂ ਨੇ, 15 ਪੈਂਟਾਂ ਨੇ ਤੇ 12 ਜੁੱਤਿਆਂ ਦੇ ਜੋੜੇ ਨੇ। 3 ਚੀਜ਼ਾਂ ਨਹੀਂ ਹੈਗੀਆਂ, ਵੈਸੇ 3 ਚੀਜ਼ਾਂ ਨੇ ਬਟ ਨੰਬਰ ਆਫ ਦੀ ਗੱਲ ਕਰ ਰਿਹਾ ਮੈਂ, ਕੱਲੀ ਗਿਣਨੀ ਪੈਣੀ ਆ। ਹਾਂਜੀ 13 15 ਐਂਡ 12 ਬਸ ਐਡੀ ਕੀ ਦਿੱਕਤ ਹੈ। ਉਹ ਪਹਿਲੀ ਜਦੋਂ ਅਸੀਂ ਜਸਟ ਇੱਦਾਂ ਨਿਗਾਹ ਮਾਰਦੇ ਹਾਂ ਤਾਂ ਸਾਨੂੰ ਉਹ 3 ਹੀ ਦਿਖਾਈ ਦਿੰਦੀਆਂ ਨੇ ਵੀ ਆਹ ਇੱਕ ਸ਼ਰਟ ਹੈ, ਪੈਂਟ ਹੈ, ਬੂਟ ਨੇ, ਹੋਰ ਕੀ ਹੈ, ਤਾਂ ਅਸੀਂ 3 ਨਾਲ ਡਿਵਾਈਡ ਕਰ ਦਾਂਗੇ, ਆਨਸਰ ਗਲਤ ਹੋ ਜਾਊਗਾ। ਹੁਣ ਇਹਨੂੰ ਜੇ ਅਸੀਂ ਸੋਲਵ ਕਰੀਏ ਕਿੰਨਾ ਬਣ ਗਿਆ 60, ਹਾਂ ਇਹਦਾ ਕਿੰਨਾ ਹੋ ਗਿਆ ਜੀ, ਇਹਨੂੰ ਕਰੋ ਕਿੰਨਾ ਆਊਗਾ 40 ਹੋ ਗਈ, ਇਹਨੂੰ ਕਰਾਂਗੇ ਕਿੰਨਾ ਆਊਗਾ ਮਲਟੀਪਲਾਈ ਕਰੋ। ਦੇਖ ਨਹੀਂ ਆ ਮੈਂ ਕਿੱਦਾਂ ਕੀਤਾ, ਬਾਰ-ਬਾਰ ਮੈਂ ਦੱਸ ਰਿਹਾ ਕਿ ਤੁਹਾਨੂੰ ਕੈਲਕੂਲੇਸ਼ਨ ਫਾਸਟ ਕਰਨੀ ਹੀ ਆਉਣੀ ਚਾਹੀਦੀ ਹੈ ਜੇ ਅਸੀਂ ਆਬਜੈਕਟਿਵ ਟਾਈਪ ਪੇਪਰ ਨੂੰ ਜਲਦੀ ਸੋਲਵ ਕਰਨਾ ਹੈ। ਮੈਂ ਇਹ ਮਲਟੀਪਲਾਈ ਕਿੱਦਾਂ ਕਰ ਰਿਹਾ, 12 ਨੂੰ ਮੈਂ 5 ਦਾ ਪੂਰੇ ਦੇ ਪੂਰੇ ਟੇਬਲ ਨੂੰ ਮੈਂ ਪੜ੍ਹ ਲਿਆ, 12 ਦਾ ਟੇਬਲ ਹੀ 5 ਤੱਕ ਚਲਾ ਗਿਆ। 12 5 ਦਾ ਜਿੰਨਾ ਵੀ ਹੁੰਦਾ 12 5 60 6 ਸਾਡੇ ਕੋਲ ਬਚ ਗਿਆ ਬਾਕੀ, ਤਾਂ 12 ਨੂੰ ਫਿਰ 6 ਤੱਕ, ਹਾਂ ਜਿਵੇਂ ਵੀ ਤੁਹਾਨੂੰ ਉਹਦੇ ਵਿੱਚ 6 ਐਡ ਕਰ ਦਿਓ, ਇੰਨੇ ਹੀ ਆਏਗਾ। ਇੱਦਾਂ ਕਰਨ ਦੀ ਲੋੜ ਨਹੀਂ ਹੈਗੀ, ਉਹ ਇਕੱਲਾ ਕਰਦੇ ਨੇ ਨਾ ਛੋਟੇ ਬੱਚੇ ਮੰਗੂ, ਉੱਦਾਂ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ, ਆਨਸਰ ਸੇਮ ਹੀ ਆਏਗਾ। ਹੁਣ ਪਲੱਸ ਕਰੋ, ਪਲੱਸ ਕਰਨ ਦਾ ਮੈਥਡ ਕੀ ਹੈ, ਪਹਿਲਾਂ ਥਰਡ ਡਿਜਿਟ ਹੈ ਜਿਹੜਾ ਉਹਨਾਂ ਨੂੰ ਪਲੱਸ ਕਰ ਲਓ, ਯਾਨੀ ਇਹ 100 'ਚ ਨੇ 700 900 7 9 16 16 ਤੇ 22 ਦੇ ਵਿੱਚ ਫਿਰ 130 ਹੋਰ ਜੋੜ ਦਿਓ 2330, ਤਾਂ 2330 ਡਿਵਾਈਡਡ ਬਾਏ 60 ਜੋ ਵੀ ਇਹਦਾ ਕੈਂਸਲ ਕਰਾ ਕੇ ਆਨਸਰ ਆ ਗਿਆ। ਹਾਂ ਸੌਰੀ 40 ਹੈਗਾ ਤਾਂ 40 ਕਰਕੇ ਉਹ ਆਨਸਰ ਆ ਗਿਆ ਹੈ ਨਾ, ਨੋ ਪ੍ਰੋਬਲਮ। ਕਿੰਨਾ ਆਨਸਰ ਆ ਗਿਆ, ਦੈਟ ਇਜ਼ ਆਨਸਰ। ਓਕੇ ਹੈ ਨਾ, ਇਹ ਕੁਐਸਚਨ ਤਾਂ ਵੈਸੇ ਤਾਂ ਈਜ਼ੀ ਹੈ ਕੰਮ ਬਟ ਇੱਥੇ ਬਸ ਆਹੀ ਕਰੈਕ ਵਾਲੀ ਗੱਲ ਆ ਗਈ ਹੈ ਨਾ। ਤੇ ਇੱਕ ਹੋਰ ਇੱਥੇ ਇਹ ਪੇਅਰ ਬੋਲਿਆ ਨਾ ਤਾਂ ਇੱਕੋ ਹੀ ਕਾਊਂਟ ਕਰਨਾ, ਇਹਨੂੰ 2 ਨਹੀਂ ਕਰਨੇ ਵੀ ਤੁਸੀਂ ਕਹੋ ਵੀ ਜੁੱਤੇ ਤਾਂ 2 ਹੁੰਦੇ ਨੇ ਹੈ ਨਾ, ਐ ਨਹੀਂ। ਆਪਾਂ ਨੂੰ ਉਹਨਾਂ ਪੇਅਰ ਦੀ ਗੱਲ ਕਰੀਏ ਤਾਂ ਪੇਅਰ ਹੀ ਲੈਣੇ। ਓਕੇ ਸੋ ਲੈਟਸ ਕਮ ਟੂ ਦੀ ਨੈਕਸਟ ਕੁਐਸਚਨ। ਹਾਂ ਆਹ ਕੁਐਸਚਨ ਦੇਖੋ, ਇਹ ਵੈਰੀ ਇੰਪੋਰਟੈਂਟ ਕੁਐਸਚਨ ਆ। मैं इतने डिफिकल्ट क्वेश्चन लिख लिया पर यह आम तौर पर इदू थोड़ा जिहा ईजी क्वेश्चन आता पेपर च बट ये वैरी इंपॉर्टेंट है। ध्यान दो
ਕਿ ਹੁੰਦਾ ਕੀ ਹੈ ਕੁਐਸਚਨ ਦੇ ਵਿੱਚ, ਆਪਾਂ ਉਹਨੂੰ ਸੋਲਵ ਕਿੱਦਾਂ ਕਰਨਾ। ਕੁਐਸਚਨ ਹੈ 14 ਵਿਦਿਆਰਥੀਆਂ ਦੇ ਪ੍ਰਾਪਤ ਅੰਕਾਂ ਦਾ ਔਸਤ 71 ਸੀ। ਇੱਥੇ ਤੱਕ ਤਾਂ ਸਾਨੂੰ ਗੱਲ ਦਾ ਪਤਾ, ਪਰੰਤੂ ਬਾਅਦ ਵਿੱਚ ਇਹ ਪਤਾ ਲੱਗਿਆ ਕਿ ਇੱਕ ਵਿਦਿਆਰਥੀ ਦੇ ਪ੍ਰਾਪਤ ਅੰਕ 56 ਦੀ ਬਜਾਏ 42 ਲਿਖ ਦਿੱਤੇ ਗਏ। ਮੰਨ ਲਓ ਇੰਨੇ ਕੁਐਸਚਨ ਹੁੰਦਾ, ਆਹ ਦੂਸਰੀ ਗੱਲ ਆਪਾਂ ਬਾਅਦ ਚ ਕਰਦੇ ਹਾਂ, ਜਸਟ ਇੰਨੀ ਗੱਲ ਹੁੰਦੀ ਕੁਐਸਚਨ 'ਚ, ਇੱਥੇ ਤੱਕ ਹੀ ਕੁਐਸਚਨ ਹੁੰਦਾ ਪਹਿਲਾਂ ਕਿ ਕੋਈ ਤੁਹਾਨੂੰ ਦਿੱਤੇ ਹੋਣਗੇ ਨੰਬਰ ਆਫ ਸਟੂਡੈਂਟਸ, ਉਹਦੇ ਐਵਰੇਜ ਵੀ ਦਿੱਤੀ ਹੋ, ਉਹ ਜ਼ਿਆਦਾਤਰ ਇਦਾਂ ਹੀ ਹੁੰਦਾ ਕਿ ਇੱਕ ਅੰਕ ਇੰਨਾ ਦੀ ਥਾਂ ਤੇ ਇੰਨਾ ਪੜ੍ਹਿਆ ਗਿਆ, ਗਲਤ ਪੜ੍ਹਿਆ ਗਿਆ, ਵੀ ਠੀਕ ਐਵਰੇਜ ਫਿਰ ਕੀ ਹੋ, ਇਹਦਾ ਮਤਲਬ ਹੋਇਆ ਕੀ। ਦੇਖੋ ਸਾਡੇ ਕੋਲੇ ਜਿਹੜੇ ਨੰਬਰ ਆਫ ਸਟੂਡੈਂਟਸ ਨੇ, ਆਹ ਫਾਰਮੂਲਾ ਹੀ ਆਪਣੇ ਕੋਲੇ ਇੱਕੋ ਹੀ ਇਕਲੌਤਾ ਫਾਰਮੂਲਾ ਹੈ, ਵਿਦਆਊਟ ਐਨੀ ਟ੍ਰਿਕ। 40 ਜਿਹੜਾ 14 ਹੈ ਉਹ ਵਿਦਿਆਰਥੀ ਨੇ, ਉਹਨੇ ਐਵਰੇਜ ਇਹਨਾਂ ਦੀ ਕਿੰਨੀ ਹੈ 71। ਅਸੀਂ ਪਲੱਸ ਫਾਈਂਡ ਕਰਾਂਗੇ, ਜਾਨੀ ਮਲਟੀਪਲਾਈ ਕਰੋ 71 ਇੰਟੂ 994। ਵੈਰੀ ਗੁੱਡ। ਤਾਂ ਇਹ ਟੋਟਲ ਹੋ ਗਿਆ ਇਹਨਾਂ ਦਾ, ਸਹੀ ਹੈ, ਚੈੱਕ ਕਰ ਲਓ। ਇਹ ਇੰਨੀ ਉਹਨਾਂ ਦਾ ਟੋਟਲ ਨੰਬਰਾਂ ਦਾ ਜੋੜ ਹੋ ਗਿਆ। ਦੇਖੋ ਗੱਲ ਨੂੰ ਸਮਝੋ। ਹੁਣ ਕੁਐਸਚਨ ਕੀ ਪੁੱਛਿਆ ਹੈ, ਅੱਗੇ ਕੁਐਸਚਨ ਇਹ ਕਿਹਾ ਵੀ ਇੱਕ ਵਿਦਿਆਰਥੀ ਦੇ ਪ੍ਰਾਪਤ ਅੰਕ 56 ਦੀ ਬਜਾਏ 42 ਲਿਖੇ ਗਏ। ਲਿਖਣੇ ਕਿੰਨੇ ਸੀ 56, ਲਿਖ ਕਿੰਨੇ ਦਿੱਤੇ। ਇਹਦਾ ਮਤਲਬ ਆ ਜੋੜ ਤਾਂ ਫਿਰ ਗਲਤ ਹੋਇਆ, ਜਿਹੜਾ ਇਹ ਆਪਾਂ ਨੇ ਜੋੜ ਕੱਢਿਆ ਗਲਤ ਜੋੜ ਹੈ, ਇਹਨੂੰ ਆਪਾਂ ਮੰਨ ਲੈਂਦੇ ਹਾਂ ਵੀ ਰੋਂਗ ਹੈ, ਇਹ ਗਲਤ ਜੋੜ ਕਹਿ ਲਓ, ਸਮਝ ਲਓ ਜਿਹੜਾ ਇਹ ਕੱਢੀ ਆਪਾਂ ਕੈਲਕੂਲੇਸ਼ਨ ਗਲਤ ਹੈ। ਇਹਨੂੰ ਠੀਕ ਕਿਵੇਂ ਕਰਾਂਗੇ, 56 ਦੀ ਬਜਾਏ 42 ਲਿਖਤੇ, ਲਿਖ ਕੇ ਨਾ ਦਿੱਤੇ 42, ਲਿਖਣੇ ਕਿੰਨੇ ਸੀ 56। ਤਾਂ ਇਹਦਾ ਮਤਲਬ ਕੀ ਹੋ ਗਿਆ ਕਿ 42 ਤਾਂ ਹਟਾਉਣੇ ਪੈਣਗੇ ਸਾਨੂੰ, 56 ਪਲੱਸ ਕਰਨੇ ਪੈਣਗੇ। ਤਾਂ ਸਾਡਾ ਵੈਸੇ ਜੇ ਟੈਕਨੀਕਲੀ ਅਸੀਂ ਦੇਖੀਏ 6 ਨੰਬਰ ਪਲੱਸ ਹੋ ਜਾਣਗੇ, ਹੈ ਨਾ, 6 ਨੰਬਰ ਪਲੱਸ ਹੋ ਜਾਣਗੇ ਨਾ। ਤਾਂ ਸਾਡੇ ਕੋਲ ਆਨਸਰ ਕੀ ਆ ਜਾਊਗਾ, ਇਹਦੇ ਵਿੱਚ 6 ਹੋਰ ਜੋੜ ਦਾਂਗੇ, ਜਾਨੀ ਟੋਟਲ 1000 ਬਣਦਾ ਸੀ ਉਹ। ਅੰਡਰਸਟੈਂਡ। ਸਰ ਸਹੀ ਕਿਵੇਂ ਹੋਣਗੇ, 14 ਨਹੀਂ ਹੋਣਗੇ 55 ਚੋਂ ਨਹੀਂ, ਜਿੰਨਾ ਵੀ ਸੌਰੀ ਜਿੰਨਾ ਵੀ ਹੋਇਆ ਇਹ ਚੋਂ ਇਹਨੂੰ ਮਾਈਨਸ ਕਰਕੇ, ਸੌਰੀ ਮੈਂ ਕਿੰਨਾ ਇਹ ਚੋਂ ਇਹਨੂੰ ਮਾਈਨਸ ਕਰੀਏ 14। ਹਾਂ, ਉਹ 14 ਨੇ ਜਿਹੜੇ ਉਹ ਜਿੰਨੇ ਦਾ ਉਹਨਾਂ 'ਚ ਡਿਫਰੈਂਸ ਹੈ, ਇਹਨਾਂ 'ਚ ਜਿੰਨਾ ਦਾ ਡਿਫਰੈਂਸ ਹੈ, ਇਹਨੂੰ ਤੁਸੀਂ ਜਿਵੇਂ ਵੀ ਕੈਲਕੂਲੇਟ ਕਰ ਸਕਦੇ ਹੋ, ਸਿੰਪਲੀ ਇਹਦਾ ਕੰਮ। ਤਾਂ ਉਹ 14 ਜਿੰਨਾ ਵੀ ਹੋਇਆ ਉਹ ਸਾਡੇ ਕੋਲੇ ਇੰਨਾ ਟੋਟਲ ਜੋੜ ਬਣ ਗਿਆ। ਹੁਣ ਤੁਸੀਂ ਆਨਸਰ ਕੱਢਣਾ ਹੁੰਦਾ ਇਹਦਾ, ਆਨਸਰ ਅਸੀਂ ਕੀ ਕੱਢਣਾ, ਐਵਰੇਜ ਦੁਬਾਰੇ ਨੂੰ ਅਗੇਨ ਤੁਸੀਂ 40 ਨਾਲ ਜਿੰਨੇ ਨੰਬਰ ਆਫ ਸਟੂਡੈਂਟਸ ਨੇ ਉਹਦੇ ਨਾਲ ਡਿਵਾਈਡ ਕਰਨਾ ਹੈ, ਉਹ ਉਹਦਾ ਐਗਜ਼ੈਕਟ ਸਹੀ ਆਨਸਰ ਆਏਗਾ। ਠੀਕ, ਇੰਨੇ ਕੁਐਸਚਨ ਹੁੰਦਾ ਜੀ। ਹੁਣ ਇੱਥੇ ਕੁਐਸਚਨ 'ਚ ਇੱਕ ਗੱਲ ਹੋਰ ਵੀ ਕਹੀ ਹੋਈ ਹੈ, ਉਹਨੇ ਕੀ ਕਿਹਾ ਹੋਇਆ ਵੀ ਦੂਸਰਾ ਵਿਦਿਆਰਥੀ, ਇੱਕ ਹੋਰ ਵਿਦਿਆਰਥੀ ਸੀ, ਉਹਦੇ 32 ਦੀ ਬਜਾਏ 74 ਲਿਖ ਦਿੱਤੇ ਗਏ। ਮਤਲਬ ਲਿਖਣੇ ਕਿੰਨੇ ਸੀ 32। ਜੇ ਇਹਨੂੰ ਆਪਾਂ ਕੁਐਸਚਨ ਨੂੰ ਇਕੱਠਾ ਕਰ ਲਈਏ ਵੀ ਆਪਣੇ ਕੋਲ ਕੁਐਸਚਨ ਤਾਂ ਇਹ ਸੀ ਨਾ, ਇਹ ਗਲਤ ਲਿਖਿਆ ਹੋਇਆ, ਉਹ ਹਟਾਤਾ, ਇਹ ਸਹੀ ਸੀਗਾ, ਠੀਕ ਹੈ। ਫਿਰ 32 ਦੀ ਬਜਾਏ 74 ਲਿਖਤੇ, 74 ਨੂੰ ਹਟਾਉਣਾ ਪੈਣਾ ਤੇ ਕਿੰਨਾ 32 ਦੀ ਜਗ੍ਹਾ ਤੇ ਲਿਖਣਾ ਪੈਣਾ, ਇਹੀ ਹੈ ਨਾ। 32 ਦੀ ਬਜਾਏ 74 ਲਿਖਤੇ, 74 ਲਿਖਤੇ। ਤੇ ਇਹ ਇਸ ਗੱਲ ਨੂੰ ਨਾ ਸਮਝਣਾ ਉੱਥੇ ਵੀ ਕਿੱਦਾਂ ਲਿਖਿਆ ਹੋਇਆ। ਕਈ ਵਾਰ ਉਹ ਜਿਹੜੀ ਭਾਸ਼ਾ ਹੈ, ਲੈਂਗੁਏਜ ਹੈ, ਉਹਨੂੰ ਅੱਗੇ ਪਿੱਛੇ ਕਰਕੇ ਲਿਖਿਆ ਹੁੰਦਾ। ਤਾਂ ਇਹ ਤੁਸੀਂ ਖਾਸ ਤੌਰ ਤੇ ਖਿਆਲ ਰੱਖਣਾ ਜਦੋਂ ਇਦਾਂ ਦੀ ਦਿੱਕਤ ਹੋਵੇ। ਜਿਹੜਾ ਇੰਗਲਿਸ਼ ਵਾਲਾ ਪੋਰਸ਼ਨ ਨਾਲ ਦਿੱਤਾ ਹੋਏ, ਤੁਸੀਂ ਟਰਾਈ ਕਰੋ ਕਿ ਇੰਗਲਿਸ਼ ਚੋਂ ਲਿਖੋ, ਕਿਉਂਕਿ ਇੰਗਲਿਸ਼ 'ਚ ਜ਼ਿਆਦਾ ਮੰਨਣਯੋਗ ਹੁੰਦਾ ਹੈ ਨਾ ਚੀਜ਼। ਜੇ ਕਰੋ ਕੋਈ ਦਿੱਕਤ ਵੀ ਹੁੰਦੀ ਹੈ ਤਾਂ ਆਪਾਂ ਇੰਗਲਿਸ਼ ਵਾਲੇ ਨੂੰ ਹੀ ਵੈਲਿਡ ਮੰਨਾਂਗੇ। ਤਾਂ ਇਸ ਲਈ ਇੱਥੇ ਇਹ ਖਿਆਲ ਰੱਖਣਾ ਵੀ ਕਿਹੜਾ ਗਲਤ ਹੈ। ਜੇ ਵੀ ਤੁਸੀਂ ਇਹ ਵੀ ਪੁੱਠਾ ਸਿੱਧਾ ਕਰ ਦਿਓ ਨਾ, ਅੱਗੇ ਪਿੱਛੇ ਕਰ ਦੋਗੇ, ਤਾਂ ਆਪਣਾ ਆਨਸਰ ਫਿਰ ਵੀ ਗਲਤ ਹੋ ਜਾਏਗਾ। ਹੁਣ 2 ਨੰਬਰਾਂ ਦੀ ਦਿੱਕਤ ਸੀ, ਇੱਕ ਤਾਂ 42 ਦੀ ਬਜਾਏ 56 ਦੀ ਬਜਾਏ 42 ਲਿਖਤਾ, ਮਤਲਬ 42 ਗਲਤ ਹੈ, 42 ਮਾਈਨਸ ਕਰਾਂਗੇ। ਇੱਕ 32 ਦੀ ਬਜਾਏ 74 ਲਿਖਤਾ, ਇਹ ਵੀ ਗਲਤ ਹੈ, ਉਹਨੂੰ ਵੀ ਮਾਈਨਸ ਕਰਾਂਗੇ। ਫਿਰ ਜਿਹੜਿਆਂ ਦੀ ਥਾਂ ਤੇ ਉਹ ਲਿਖੇ ਗਏ ਉਹ ਵੀ ਆਪਾਂ ਸਹੀ ਤਾਂ ਲਿਖਣੇ ਪੈਣਗੇ। ਤਾਂ ਇਹਦੀ ਟੋਟਲ ਕੈਲਕੂਲੇਸ਼ਨ ਕਰਕੇ ਬਾਅਦ ਦੇ ਵਿੱਚ ਇਹਨੂੰ ਜਿੰਨੇ ਨੰਬਰ ਸੀਗੇ ਉਹਦੇ ਨਾਲ ਅਸੀਂ ਡਿਵਾਈਡ ਕਰ ਦਾਂਗੇ, ਦੈਟ ਇਜ਼ ਆਨਸਰ। ਸੋ ਕੈਲਕੂਲੇਸ਼ਨ ਕਰੋ, ਇਹਦੀ ਕਰਿਓ ਜਲਦੀ ਕਰ, ਆਪਾਂ ਫਾਸਟ ਕਰੀਏ। ਦੇਖੋ ਪਹਿਲਾਂ ਇਹ ਪਲੱਸ ਵਾਲਾ, ਇਹ ਵੀ ਪਲੱਸ ਵਾਲਾ, ਇਹ ਵੀ ਪਲੱਸ ਵਾਲਾ, ਸਾਰਿਆਂ ਨੂੰ ਚੱਕ ਕੇ ਪਲੱਸ ਕਰ ਲਓ, ਹੈ ਨਾ, ਹੋ ਹੀ ਸਕਦੇ ਆ। 9 ਕਰੋ, 9 4 ਪਲੱਸ 56 ਪਲੱਸ 32 ਕਿੰਨਾ ਹੋ ਗਿਆ 88 ਹੋ ਗਿਆ। ਹਾਂ 88, ਤਾਂ ਇਹਦੇ ਵਿੱਚ 88 ਹੋ ਗਿਆ। ਫਿਰ ਮਾਈਨਸ ਕਿੰਨੇ ਹੋ ਗਏ, ਦੇਖੋ ਜੀ 6 ਤੇ 11, ਤਾਂ ਮਾਈਨਸ ਕਰੋ। ਹੁਣ ਦੇਖੋ ਕੈਲਕੂਲੇਸ਼ਨ ਕਰੋ ਜੀ ਸਾਰੇ ਦੀ, ਪਹਿਲਾਂ ਇਹਨੂੰ ਪਲੱਸ ਕਰ ਲਓ, ਫਿਰ
कितना आ गया जी, कितना आया 1082 सर माइनस, हुण असीं सबट्रैक्ट करांगे, कितना आया माइनस करके 966 996 डिवाइडेड बाय 14, आंसर कितना, 9 ओके दिस वन। हुण डिवाइड करांगे कितना होगा, डिवाइड करके 69 आ गया, प्रॉपर डिवाइड हो गया, ओके सो दिस इज आंसर। ठीक है, ये वेरी इंपॉर्टेंट क्वेश्चन है, तो तुसीं ख्याल रखना है कि इदां दा जे क्वेश्चन आ जाता है, जेड़ा रॉन्ग डिजिट और लिखिया गया उहनूं तुसीं सबट्रैक्ट कर दोगे, जेड़ा लिखना सी वो असीं उत्थे प्लस कर देंगे। ओके अंडरस्टैंड। सो लेट्स कम टू द नेक्स्ट क्वेश्चन। देखो बेटे जेड़ा ये क्वेश्चन है ये भी फिर बहुत इंपॉर्टेंट आ, क्यों, क्योंकि ये एक ही क्वेश्चन आ, ਇਹਦੇ ਨਾਲ ਆਪਾਂ ਇੱਕੋ ਹੀ क्वेश्चन ਦੇ ਨਾਲ ਆਪਾਂ 3 क्वेश्चन सॉल्व करांगे। ਹੁਣ ਹੀ ਸਿੱਖਾਂਗੇ ਪਹਿਲਾਂ 3 क्वेश्चन। ਦੇਖੋ ਸੁਣੋ ਧਿਆਨ ਦਿਓ ਮੇਰੀ ਗੱਲ 'ਚ, ਮੈਂ ਇੰਗਲਿਸ਼ 'ਚ ਤਾਂ ਲਿਖ ਰਿਹਾ ਕੁਝ क्वेश्चन ਤਾਂ ਕਿ ਤੁਹਾਨੂੰ ਇੰਗਲਿਸ਼ ਦਾ ਨਾਲ ਜਾਣ ਪਛਾਣ ਬਣੀ ਰਹੇ ਹਨ। ਇਫ ਆ ਪਰਸਨ, ਜੇ ਕੋਈ ਬੰਦਾ, ਪੰਜਾਬੀ 'ਚ ਦੱਸ ਦੇਣਾ, ਜੇ ਕੋਈ ਬੰਦਾ ट्रैवल करता है, यात्रा करता है, ए डिस्टेंस एट द स्पीड ऑफ x किलोमीटर, मतलब वो कह लीए आप भी 5 किलोमीटर प्रति घंटा या 10 किलोमीटर प्रति घंटा की स्पीड ते, प्रति घंटा तो समझते हो भी 1 घंटे च इन्ने किलोमीटर जाता, तो सेम डिस्टेंस एट अ स्पीड ऑफ बाई, फिर वो किसी होर स्पीड ते, सपोज करो मैं एक परसन है ए तो B तक जाता है, पहला वो स्पीड ते जिहड़ी ते गया वो सी 30 किलोमीटर की स्पीड। सपोज तुसीं जे चैक करना हो तुसीं चैक कर सकते हो, तुहाडे कोल मोटरसाइकिल बाइक सारे कोल हैगे ने, चलाओ चैक करो भी इदां ही बनया, अपने क्वेश्चन के मुताबिक प्रैक्टिकल कर सकते हो। ए कोई डिस्टेंस है, ए तो बी डिस्टेंस ते गए, 30 किलोमीटर की स्पीड ते गया परसन, फिर वो सेम डिस्टेंस 22 किलोमीटर की स्पीड ते गया, मतलब उन्हें स्पीड बदल ली, हो सकता वो ਵਧਾ ਦਿੱਤੀ ਹੋਵੇ ਜਾਂ ਘਟਾ ਦਿੱਤੀ ਹੋਵੇ। ਤੁਸੀਂ ਇੱਥੇ ਇੱਕ ਜਿਹੜਾ ਮੇਨ ਬੇਸਿਕ ਚੀਜ਼ ਦਾ ਖਿਆਲ ਰੱਖਣਾ ਹੈ, ਉਹ ਇਹ ਰੱਖਣਾ ਕਿ ਜਿਹੜੀ ਇਹਦੀ ਯੂਨਿਟ ਹੈ ਉਹ ਸੇਮ ਹੋਣੀ ਚਾਹੀਦੀ ਹੈ। ਇਹ ਮੈਂ ਜਦੋਂ ਆਪਾਂ ਨੇ ਟਾਈਮ ਐਂਡ ਡਿਸਟੈਂਸ ਵਾਲਾ ਚੈਪਟਰ ਜਿੱਥੇ ਕੀਤਾ ਹੋਣਾ ਜਿਹੜੀ ਵੀਡੀਓ 'ਚ ਹੈ ਨਾ, ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਉਹ ਕਿੱਦਾਂ ਕੀਤਾ ਹੈਗਾ, ਹੈ ਨਾ, ਉਹਦਾ ਲਿੰਕ ਦੇਖ ਕੇ। ਤੇ ਹੁਣ ਦੇਖੋ ਬੇਟੇ 30 किलोमीटर पर आवर है ना, ये भी किलोमीटर पर आवर है, कई बार की होंगे मीटर पर सेकेंड च होंगे, फिर उन्होंने कन्वर्ट करके सेम यूनिट बनाना होंगे, है ना, वो आप उस गल च देखते हैं जो भी आप देखना। हुण देखो ए तो बी, बी तो ए, बंदा एक ही पास गया सी, उन्हें 2 मतलब गेड़े लाते या सेम डिस्टेंस उन्हें कवर कर लिया, एक क्वेश्चन इस च। फिर दूसरा क्वेश्चन इस च की बन सकता है, क्वेश्चन नंबर 2 वो क्वेश्चन ये पूछते हैं भी एक परसन कोई ए तो बी तक जाना है, ए तो बी तक, ਉਹਦਾ वो हाफ है ਜਿਹੜਾ पहला हाफ वो तो हो गया, ऐसे क्वेश्चन आप फेर लेना 30 की स्पीड ते, फिर गया 35 की स्पीड ते, गल तो फिर हुण भी उही होगी। हुण किहड़ा मैं गल च कोई फर्क पा लिया, ए तो बी तक गया, पहला आप कहा ए तो बी तो जाके मुड़ आया, फिर दूसरा की हो गया ए तो बी तक जाना सी, हाफ च गया, ਇਹਦਾ मतलब आ कोई इत्थों जाके मुड़ी आया ना, देखो इत्थे तक हाफ सी, आ हाफ सी, ਤਾਂ ਉਨੀ ਹੋਈ, ਇੱਕੋ ਗੱਲ ਹੋ ਗਈ ਨਾ ਸੇਮ। ਜਾਂ ਤੀਸਰੀ ਗੱਲ ਜਿੱਦਾਂ ਇਹ 'ਚ ਕਿਹਾ ਹੋਇਆ ਸੀ ਵੀ ਕੋਈ ਸੇਮ ਡਿਸਟੈਂਸ ਹੈ, ਉੱਥੇ ਕੋਈ ਜ਼ਰੂਰੀ ਨਹੀਂ ਕਿ A ਤੋਂ B ਦੀ ਗੱਲ ਹੋਵੇ, ਉਹ ਇਹ ਤੁਹਾਨੂੰ ਕੁਐਸਚਨ 'ਚ ਐਦਾਂ ਕਹਿ ਸਕਦੇ ਨੇ ਵੀ ਕੁਐਸਚਨ ਨੰਬਰ 3 ਕਿ ਕੋਈ ਪਰਸਨ ਹੈ ਪਹਿਲਾਂ ਉਹ A ਤੋਂ B ਤੇ ਜਾਂਦਾ ਹੈ ਇੰਨੇ ਦੀ ਸਪੀਡ ਤੇ, 30 ਦੀ ਸਪੀਡ ਤੇ, फिर वो C डिस्टेंस तो D डिस्टेंस से जाता है, ये कोई होर डिस्टेंस है किन्ने दी स्पीड ते 35 किलोमीटर पर आवर की स्पीड। हुण देखो ये क्वेश्चन गल एक ही पूछी है, एक ही तरीके नाल सॉल्व हो, बस जस्ट तुसी एक ट्रिक आपां हुणे दसदे आ वो लगाउणी आंसर आ जाओ। तुसी यह याद रखना 2x बाई x प्लस बाई, बस इन्नी गल याद रखनी है। x की है बेटे पहली स्पीड कोई, बाई की है दूसरी स्पीड, एक्स की है पहली स्पीड, बाई की है दूसरी स्पीड। इन्हां दा जेकर एवरेज कढ़ना होवे स्पीड दा, ये सिर्फ स्पीड वाले ते लागू हुंदी है गल, बाकी क्वेश्चन ते नहीं हुंदी। क्वेश्चन ये एवरेज चो ही है, बट ये स्पीड वाला क्वेश्चन है, ये भी क्वेश्चन आउंदा तां असीं ने की करना, इस नूं याद रखना, बस जस्ट 2x बाई मतलब x पहली स्पीड, बाई दूसरी स्पीड,
ਥੱਲੇ ਦੋਨਾਂ ਨੂੰ ਨੀਚੇ ਡਿਨੋਮੀਨੇਟਰ ਦੀ ਜਗ੍ਹਾ ਤੇ ਅਸੀਂ ਪਲੱਸ ਕਰ ਦਿਓ ਤੇ ਉਹ ਜੋ ਵੀ ਆ ਜਾਏਗਾ ਉਹ ਆਨਸਰ ਆ ਜਾਏਗਾ। ਤੁਸੀਂ ਕੋਈ ਵੀ ਕੁਐਸਚਨ ਆ ਉਹਨੂੰ ਕੁਐਸਚਨ ਨੂੰ ਲੈ ਕੇ ਆਪਾਂ ਹਨਾ ਸੋਲਵ ਕਰਕੇ ਦੇਖ ਸਕਦੇ ਹਾਂ। ਓਕੇ, ਸੋ ਆਪਾਂ ਇਹਦੇ ਨਾਲ ਦਾ ਇੱਕ ਕੁਐਸਚਨ ਲੈਂਦੇ ਆ ਤੇ ਫਿਰ ਉਹਨੂੰ ਸੋਲਵ ਕਰਕੇ ਦੇਖਦੇ ਆ ਵੀ ਆਪਣਾ ਆਨਸਰ ਸਹੀ ਆਉਂਦਾ। ਹਾਂ ਵੀ ਦੇਖੋ, A train travels from A to B at the rate of 20 km per hour and from B to A at the rate of 30 km per hour। ਇੱਕ ਮੈਂ ਇਹਦੇ ਵਿੱਚ ਥੋੜੀ ਜੀ ਦੇਖੋ, ਇੱਥੇ ਮੈਂ ਇਹਨੂੰ ਇਸ ਤਰ੍ਹਾਂ ਲਿਖਿਆ, ਇੱਥੇ ਇਸ ਤਰ੍ਹਾਂ ਨਹੀਂ ਲਿਖਿਆ, ਮਤਲਬ ਉਹਦਾ ਕੀ ਆ, ਉਹ ਕਿਲੋਮੀਟਰ ਪਾਉਣ ਘੰਟਾ, ਮਤਲਬ 1 ਘੰਟੇ 'ਚ ਇੰਨੇ ਕਿਲੋਮੀਟਰ ਜਾਂਦੀ ਹੈ ਨਾ। ਇਹ ਕੁਐਸਚਨ ਹੈਗਾ ਕਿ ਇੱਕ ਟ੍ਰੇਨ A ਤੋਂ B ਤੱਕ ਜਾਂਦੀ ਹੈ 20 ਦੀ ਸਪੀਡ ਤੇ, ਫਿਰ B ਤੋਂ A ਤੱਕ ਵਾਪਸ ਆ ਜਾਂਦੀ ਹੈ 30 ਦੀ ਸਪੀਡ ਤੇ। ਤੁਸੀਂ ਉਹਦੀ ਐਵਰੇਜ ਸਪੀਡ ਦੱਸਣੀ ਹੈ। ਇਹ ਪਰਸਨ ਦੀ ਹੋ ਸਕਦੀ ਹੈ, ਸਕੂਟਰ ਦੀ ਹੋ ਸਕਦੀ ਹੈ, ਮੋਟਰਸਾਈਕਲ ਦੀ ਹੋ ਸਕਦੀ ਹੈ। ਇੱਥੇ ਟ੍ਰੇਨ ਲਈ ਕੁਐਸਚਨ ਪੁੱਛਿਆ, ਵੈਸੇ ਇਹ ਟ੍ਰੇਨ ਵਾਲੇ ਚੈਪਟਰ 'ਚ ਵੀ ਆਪਾਂ ਨੇ ਕੁਐਸਚਨ ਕੀਤਾ ਹੋਣਾ, ਬਟ ਹੁਣ ਇੱਥੇ ਤੁਸੀਂ ਚੈੱਕ ਕਰ ਲਓ ਕਿੱਦਾਂ ਆਨਸਰ ਆਏਗਾ। 30 ਚਲੋ ਫਾਸਟ, ਸੌਰੀ 20 ਸੀ, 30 ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਨੀਚੇ 20 + 30 ਕਿੰਨਾ ਆਨਸਰ ਆ ਗਿਆ, 2 × 20 30 ਥੱਲੇ 50, ਹਾਂ 0 6, ਜਿਵੇਂ ਵੀ ਤੁਸੀਂ ਕੈਂਸਲ ਕਰਾ ਸਕਦੇ। 24 ਕਿਲੋਮੀਟਰ ਪਰ ਆਵਰ ਦੀ ਸਪੀਡ ਆ ਜਿਹੜੀ ਉਹਦੀ ਐਵਰੇਜ ਦੀ ਹੈ। ਠੀਕ, ਬਸ ਇਸ ਆਨਸਰ ਦੇ ਵਿੱਚ ਆਪਸ਼ਨ 'ਚ ਇਹ ਖਿਆਲ ਰੱਖਣਾ, ਮੈਂ ਸਪੋਜ਼ ਕਰੋ ਆਪਸ਼ਨ ਲਿਖਦਾ 20, ਇੱਕ ਲਿਖਦਾ 20 ਕਿਲੋਮੀਟਰ ਪਰ ਆਵਰ ਹੈ ਨਾ, ਬੀ ਇੱਕ ਲਿਖਦਾ 20 ਕਿਲੋਮੀਟਰ, ਤਾਂ ਹੁਣ ਤੁਸੀਂ ਆਪਸ਼ਨ ਕੀ ਦੋਗੇ, ਡੀ ਕੋਈ ਹੋਰ ਆਪਸ਼ਨ ਹੋਵੇ, ਮੰਨ ਲਓ 20 ਆਰ ਜੀ ਲਿਖ ਦਿੰਦੇ। ਕਿਹੜੀ ਆਪਸ਼ਨ ਹੈ, ਏ ਆ ਜਾਂ ਬੀ ਆ ਜਾਂ ਸੀ ਆਨਸਰ? ਹਾਂ, ਇਹਦੀ ਬੀ ਆਪਸ਼ਨ ਹੈ, ਖਿਆਲ ਰੱਖਣਾ। ਜੇ ਆਪਾਂ ਨੇ 24 ਆਨਸਰ ਆ ਵੀ ਗਿਆ ਤਾਂ ਕਾਹਲ ਨਹੀਂ ਕਰਨੀ ਐਗਜ਼ਾਮ ਦੇ ਵਿੱਚ, ਜਦੋਂ ਅਸੀਂ ਬੈਠੇ ਹਾਂ ਬਸ ਕੰਮ ਇੰਨਾ ਕੀ ਹੈ, ਸਿੰਪਲ ਹੈ ਨਾ। ਹੁਣ ਦੇਖੋ ਇਹ ਕਿੰਨੇ ਤਰ੍ਹਾਂ ਦੇ ਕੁਐਸਚਨ ਸੋਲਵ ਕਰਾ ਸਕਦਾ। ਜੇ ਕੋਈ ਪਰਸਨ A to B ਜਾਂਦਾ ਹੈ, B ਤੋਂ A ਜਾਂਦਾ ਹੈ, ਉਹਦਾ ਵੀ ਆਨਸਰ ਦੇਵੇਗਾ। ਜੇ ਹਾਫ ਦੀ ਗੱਲ ਹੋ ਗਈ ਉਹਦਾ ਵੀ ਆਨਸਰ ਆ ਜਾਏਗਾ। ਹਾਂ, ਬਸ ਇਹਦੀ ਯੂਨਿਟ ਤੁਸੀਂ ਖਿਆਲ ਰੱਖਣਾ। ਯੂਨਿਟ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਥੋੜੀ ਜੀ, ਜਿਹਨੂੰ ਨਹੀਂ ਪਤਾ ਉਹ ਹੋਰ ਹੀ ਸਮਝ ਲਏਗਾ ਕਿ ਜਦੋਂ ਅਸੀਂ ਯੂਨਿਟ ਕਨਵਰਟ ਕਰਦੇ ਹਾਂ ਕਿਸੇ ਨੂੰ, ਕਿਸੇ ਦੀ ਵੀ ਕਿਸੇ 'ਚ ਯੂਨਿਟ ਕਨਵਰਟ ਕਰਨੀ ਹੈ। ਦੇਖੋ ਕਿਲੋਮੀਟਰ ਤੇ ਜਿਹੜਾ ਮੀਟਰ ਆ, ਸੁਣੋ ਬੇਟੇ ਇੱਥੇ ਧਿਆਨ ਦਿਓ, ਇਹਨਾਂ ਦਾ ਜਿਹੜਾ ਆਪਸ ਦਾ ਜਿਹੜਾ ਰਿਲੇਸ਼ਨ ਆ ਉਹ ਹੈਗਾ 1000 ਦਾ, ਮਤਲਬ 1 ਕਿਲੋਮੀਟਰ ਦੇ ਵਿੱਚ ਕਿੰਨੇ ਹੁੰਦੇ ਨੇ, 1000 ਮੀਟਰ ਹੁੰਦੇ ਨੇ, ਹੈ ਨਾ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਤਾਂ ਹੁਣ ਘੰਟੇ ਜਿਹੜੇ 1 ਆਰ ਦੇ ਵਿੱਚ ਕਿੰਨੇ 60 ਮਿੰਟ ਹੁੰਦੇ ਆ, ਤੇ ਫਿਰ 1 ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਆ, ਹੈ ਨਾ। ਇਹ ਅੱਗੇ ਜੁੜ ਜਾਂਦੀ ਹੈ। ਆਪਾਂ ਇਦਾਂ ਹੀ 1 ਆਰ ਦੇ ਵਿੱਚ ਜੇ ਆਪਾਂ ਚੈੱਕ ਕਰੀਏ 3600 ਸੈਕਿੰਡ ਹੁੰਦੇ ਨੇ, ਹੈ ਨਾ। ਸਾਨੂੰ ਜਦੋਂ ਵੀ ਕਨਵਰਟ ਕਰਨਾ ਆ ਗਿਆ ਕਿਸੇ ਚੀਜ਼ ਨੂੰ, ਅਸੀਂ ਕਿਸੇ 'ਚ ਵੀ ਕਨਵਰਟ ਕਰਨਾ, ਸਪੋਜ਼ ਕਰੋ ਸਾਡੇ ਕੋਲੇ ਲਿਖਿਆ ਹੋਇਆ, ਇੱਕ ਤਾਂ ਮੈਂ ਇੱਥੇ ਲਿਖ ਦਿੰਦਾ ਵੀ 20 ਕਿਲੋਮੀਟਰ ਪਰ ਆਰ, ਦੂਸਰੇ ਨੂੰ ਮੈਂ ਇਹ ਲਿਖ ਦਿੰਦਾ ਵੀ ਕੁਝ ਵੀ ਹੋ ਸਕਦਾ ਸੀ 30 ਕਿਲੋਮੀਟਰ ਦੀ ਸਾਨੂੰ ਮੈਂ ਮੀਟਰ ਪਾ ਕੇ ਮੀਟਰ ਪਰ ਮਿੰਟ ਕਹਿ ਸਕਦਾ, ਪਰ ਸੈਕਿੰਡ ਵੀ ਕਹਿ ਸਕਦਾ। ਠੀਕ ਹੈ, ਤਾਂ ਹੁਣ ਇਸ ਕੁਐਸਚਨ ਤੇ ਇਸ ਕੁਐਸਚਨ, ਇਹ ਜਿਹੜੀਆਂ ਦੋ ਯੂਨਿਟ ਨੇ ਇਹ ਅਲੱਗ-ਅਲੱਗ ਹੋ ਗਈਆਂ, ਇਹਨਾਂ ਨੂੰ ਆਪਾਂ ਨੂੰ ਸੇਮ ਕਰਨਾ ਪਊ। ਸੇਮ ਕਰਨ ਵਾਸਤੇ ਦੇਖੋ ਉੱਪਰ ਕਿਲੋਮੀਟਰ ਹੈ ਨਾ, ਹੁਣ ਜਾਂ ਤਾਂ ਇਹਦੇ ਮੀਟਰ ਬਣਾ ਲਓ ਕਿਲੋਮੀਟਰ ਦੇ, ਤੁਸੀਂ ਜਿਵੇਂ ਤੁਹਾਨੂੰ ਈਜ਼ੀ ਲੱਗਦਾ। ਮੰਨ ਲਓ ਆਪਾਂ ਨੇ ਇਹਦੇ ਮੀਟਰ ਬਣਾਉਣੇ ਨੇ, ਤਾਂ ਆਪਾਂ ਕਿਹਦੇ ਨਾਲ ਮਲਟੀਪਲਾਈ ਕਰਾਂਗੇ, 1000 ਨਾਲ ਇਹਨੂੰ ਮਲਟੀਪਲਾਈ ਕਰ ਦਾਂਗੇ 20 ਨੂੰ। ਫਿਰ ਸਾਡੇ ਕੋਲੇ ਘੰਟੇ ਨੇ, ਘੰਟਿਆਂ ਦੇ ਵੀ ਤਾਂ ਸਾਨੂੰ ਸਕਿੰਟ ਬਣਾਉਣੇ ਪੈਣਗੇ। ਮੀਟਰ ਹੈਗੇ ਨੇ ਸਰ, ਇਹ ਮੀਟਰ ਬਣਾਉਣੇ ਨੇ ਸਰ ਤੁਸੀਂ। ਹਾਂਜੀ, ਕਿਲੋਮੀਟਰਾਂ ਦੇ ਮੀਟਰ ਬਣਾਉਣੇ ਨੇ ਜੀ। ਫਿਰ ਸਰ 1000 ਜਸਟ 1000 ਨਾਲ ਮਲਟੀਪਲਾਈ ਹੋਊਗਾ, ਛੋਟੇ ਬਣਨਗੇ ਨਾ, ਵੱਡੇ ਤੋਂ ਛੋਟੇ ਵੱਲ ਜਾਵਾਂਗੇ ਨਾ। ਇਹਦੇ ਲਈ ਮੇਰੀ ਇੱਕ ਵੀਡੀਓ ਬਣੀ ਹੋਈ ਹੈ, ਉਹਨੂੰ ਚੈੱਕ ਕਰਕੇ ਸੁਣਿਓ, ਦੇਖਿਓ ਦੁਬਾਰੇ। ਤੁਸੀਂ ਕਲਾਸ ਮਿਸ ਕੀਤੀ ਹੋਣੀ, ਹਾਂ ਤੁਸੀਂ ਕਲਾਸ ਮਿਸ ਕੀਤੀ ਹੋਣੀ ਆ, ਉਹਦੇ ਵਿੱਚ ਦੱਸਿਆ ਹੋਇਆ। ਦੇਖੋ 20 ਕਿਲੋਮੀਟਰ ਹੈ 1000, 20 upon, ਹਾਂ ਨਹੀਂ ਥੱਲੇ ਘੰਟੇ ਨੇ ਨਾ। ਹੁਣ ਘੰਟਿਆਂ ਨੂੰ ਅਸੀਂ ਇੱਕ ਘੰਟੇ ਦੇ ਵਿੱਚ 60 ਮਿੰਟ ਹੁੰਦੇ ਨੇ। ਫਿਰ ਅਗੇਨ ਜਿਹੜੀ 2 ਵਾਰੀ ਅਸੀਂ ਕਰਨਾ ਤਾਂ 2 ਵਾਰੀ 60 ਲਾ ਲਾਂਗੇ। ਇਹਦੀ ਕੈਲਕੂਲੇਸ਼ਨ ਕਰਕੇ ਜੋ ਵੀ ਆਏਗਾ। ਦੋ ਵਾਰੀ ਕਿਉਂ ਲਾਇਆ? 2 ਵਾਰੀ ਤਾਂ ਲਾਇਆ ਜੀ ਕਿਉਂਕਿ ਸੈਕਿੰਡ ਤੱਕ ਜਾਣਾ ਸੀ। ਜੇ ਅਸੀਂ ਮਿੰਟ ਤੱਕ ਹੀ ਜਾਣਾ ਹੁੰਦਾ ਇਕੱਲਾ, ਸਪੋਜ਼ ਕਰੋ ਇੱਥੇ ਮਿੰਟ ਲਿਖਿਆ ਹੁੰਦਾ, ਫਿਰ ਅਸੀਂ ਇੱਕ ਵਾਰ ਹੀ ਲਗਾਉਂਦੇ। ਠੀਕ ਹੈ। ਜਦੋਂ ਸੈਕਿੰਡ 'ਚ ਜਾਣਾ ਅਸੀਂ 2 ਵਾਰੀ ਲਾਵਾਂਗੇ, ਬਸ ਇਹ ਨਹੀਂ ਕਰਨਾ। ਜੇ ਇੱਥੋਂ ਇੱਧਰੋਂ ਇੱਧਰ ਵੀ ਜਾ ਸਕਦੇ ਹਾਂ ਆਪਾਂ, ਇਹ ਵੀ ਨਹੀਂ ਕੋਈ ਜ਼ਰੂਰੀ ਕਿ ਇੱਧਰੋਂ ਇੱਧਰ ਨੂੰ ਜਾਓ।
ਜੇ ਤੁਸੀਂ ਇੱਧਰੋਂ ਇੱਧਰੋਂ ਜਾਣਾ, ਹਾਂ ਫਿਰ ਇਹ ਤਾਂ ਸਿੰਪਲ ਹੈ ਜੀ। ਕੀ ਹੈ ਦੇਖੋ, ਉਹਨੂੰ ਉਲਟ ਕਰ ਲਓ। ਕੁਐਸਚਨ ਸਪੋਜ਼ ਕਰੋ ਆਪਣੇ ਕੋਲ, ਦੇਖੋ ਆਪਾਂ 20 ਕਿਲੋਮੀਟਰ ਸੀਗਾ, ਉਹਨੂੰ ਅਸੀਂ ਕਿਲੋਮੀਟਰ ਬਾਏ ਆਰ ਸੀਗਾ, ਇਹਨੂੰ 20 ਇੰਟੂ ਕੀ ਕੀਤਾ 1000 ਕੀਤਾ, ਡਿਵਾਈਡਡ ਬਾਏ 60 ਐਂਡ 60 ਕਰਤਾ। ਇਹ ਜਿਹੜਾ ਹੁਣ ਬਣ ਗਿਆ ਇਹ ਸਾਡੇ ਕੋਲੇ ਮੀਟਰ ਪਰ ਸੈਕਿੰਡ ਬਣ ਗਿਆ। ਜੇ ਮੀਟਰ ਪਰ ਮਿੰਟ ਬਣਾਉਣਾ ਤਾਂ ਇੱਥੇ ਇੱਕੋ ਹੀ 60 ਲਗਾਵਾਂ, ਇਹਦੀ ਕੈਲਕੂਲੇਸ਼ਨ ਕਰਕੇ ਕੁਝ ਵੀ ਆਏਗਾ ਉਹ ਤੁਸੀਂ ਕੈਂਸਲ ਕਰਾ ਕੇ ਦੇਖਣਾ ਹੈ ਨਾ, ਇਹਦੇ ਰੌਲੇ 'ਚ ਨਹੀਂ ਪੈਣਾ। ਤੇ ਵੈਸੇ ਇੱਦਾਂ ਕਈ ਵਾਰ ਸਾਨੂੰ ਇੱਦਾਂ ਵੀ ਲਿਖਿਆ ਹੁੰਦਾ ਹੈ ਨਾ, ਇਹਨੂੰ ਤੁਸੀਂ ਇੱਦਾਂ ਜਿਵੇਂ ਵੀ ਕਰਨਾ ਚਾਹੋ। ਫਿਰ ਅਸੀਂ ਦੂਸਰਾ ਸਾਡੇ ਕੋਲ ਕੀ ਸੀਗਾ, ਸਪੋਜ਼ ਕਰੋ ਮੇਰੇ ਕੋਲ ਲਿਖਿਆ 30 ਮੀਟਰ ਪਰ ਸੈਕਿੰਡ, ਪਹਿਲੀ ਆਲਰੇਡੀ ਇਹ 'ਚ ਦਿੱਤਾ ਹੋਇਆ, ਅਸੀਂ ਇਹ ਤੋਂ ਕਿਲੋਮੀਟਰ ਪਰ ਆਰ ਬਣਾਉਣਾ, ਉਲਟ ਜਾਣਾ। ਤਾਂ ਪਹਿਲਾਂ ਮੀਟਰ ਨੇ ਨਾ, ਮੀਟਰਾਂ ਦੇ ਕਿਲੋਮੀਟਰ ਬਣਾਉਣ ਵਾਸਤੇ ਸਾਨੂੰ ਕੀ ਕਰਨਾ ਪੈਣਾ, ਮੀਟਰ ਨੇ ਨਾ ਕਿਲੋਮੀਟਰ ਵੱਲ ਜਾਣਾ, ਤਾਂ ਸਾਨੂੰ ਇਹਦੇ ਨਾਲ ਡਿਵਾਈਡ ਕਰਨਾ ਪੈਣਾ। ਛੋਟਿਆਂ ਤੋਂ ਵੱਡੇ ਵੱਲ ਜਾ ਰਹੇ ਤਾਂ ਸਾਨੂੰ ਡਿਵਾਈਡ ਕਰਨਾ ਪੈਣਾ, ਤਾਂ ਕੀ ਹੋਊਗਾ ਨੀਚੇ ਲੱਗੇਗਾ 1000। ਤੇ ਸੈਕਿੰਡ ਤੋਂ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਇੱਥੋਂ ਅਸੀਂ ਇੱਧਰ ਨੂੰ ਜਾ ਰਹੇ ਹਾਂ ਉਲਟ। ਤਾਂ ਕੀ ਕਰਾਂਗੇ, ਤਾਂ ਐ ਸਮਝ ਲਓ ਵੀ ਨੀਚੇ 1000 ਲਾ ਲਿਆ, ਹੁਣ ਜਿਹੜਾ ਦੂਸਰਾ ਕੰਮ ਹੈ 60 ਵਾਲਾ ਉਹ ਉੱਪਰ ਕਰਾਂਗੇ, ਠੀਕ ਬਸ ਸੋ ਸਿੰਪਲ ਹੈ ਨਾ। ਤਾਂ ਇਹਨੂੰ ਬਸ ਇਹ ਮੀਟਰ ਤੇ ਕਿਲੋਮੀਟਰ ਤੋਂ ਜਦੋਂ ਜਾਂ ਕਿਲੋਮੀਟਰ ਤੋਂ ਮੀਟਰ ਜਾਣਾ, ਆਪਾਂ ਇਦਾਂ ਇਹਨੂੰ ਕਨਵਰਟ ਕਰਦੇ ਹਾਂ। ਇਹ ਜ਼ਰੂਰੀ ਹੈ, ਤੁਹਾਨੂੰ ਆਉਣਾ ਚਾਹੀਦਾ, ਕਿਉਂਕਿ ਉੱਥੇ ਕੁਐਸਚਨ 'ਚ ਹੋ ਸਕਦਾ ਕਿ ਇਦਾਂ ਸਾਨੂੰ ਮਿਲੇ ਹੈ ਨਾ। ਇਹ ਅਸੀਂ ਉਰੇ ਤੱਕ ਅਸੀਂ ਜਿਹੜਾ ਕਰ ਲਿਆ, ਇਹ 2 ਤਰ੍ਹਾਂ ਦੇ ਅਸੀਂ ਕੁਐਸਚਨ ਹੋਰ ਸਿੱਖ ਲਏ। ਜੇ ਹਾਂ ਹੁਣ ਜੇ 3 ਹੋਣ ਪੋਰਸ਼ਨ, ਸਪੋਜ਼ ਕਰੋ ਉਹ ਵੀ ਸੇਮ ਫਾਰਮੂਲਾ, ਜੇ ਸਪੋਜ਼ ਕਰੋ ਇਹ ਤਾਂ 2 ਦੀ ਬਜਾਏ 3 ਹੋਵੇ, ਤੁਸੀਂ ਟਰਾਈ ਕਰਨਾ, ਮੈਂ ਤੁਹਾਨੂੰ ਦੱਸ ਦੇਣਾ, ਹਿੰਟ ਉਹਦਾ ਵੀ ਦੇ ਦੇਣਾ ਕਿ ਇਹੀ ਗੱਲ ਮੈਂ ਕਹਾ ਵੀ ਕੋਈ ਪਰਸਨ A ਤੋਂ B ਤੱਕ ਗਿਆ ਜਾਂ ਟ੍ਰੇਨ ਗਈ ਕਿਸੇ ਸਪੀਡ ਤੇ x ਤੇ, ਫਿਰ ਉਹ B ਤੋਂ C ਤੱਕ ਗਈ y ਦੀ ਸਪੀਡ ਤੇ, ਫਿਰ ਉਹ C ਤੋਂ D ਤੱਕ ਗਈ z ਸਪੀਡ ਤੇ। ਮਤਲਬ ਪਹਿਲਾਂ ਉਹਦੀ ਕੋਈ x ਸਪੀਡ ਸੀ, ਫਿਰ y ਹੋ ਗਈ, ਫਿਰ z ਹੋ ਗਈ। ਤਾਂ ਇਹਨੂੰ ਸੋਲਵ ਕਰਾਂਗੇ, ਐਵਰੇਜ ਫਾਈਂਡ ਕਰਨੀ ਹੋਵੇ ਆਪਾਂ ਕੀ ਲਿਖਾਂਗੇ, 3xy z xy ਪਲੱਸ yz ਪਲੱਸ zx। ਸੋ ਸਿੰਪਲ, ਇਹਨੂੰ ਇਦਾਂ ਸੋਲਵ ਕਰ ਲਿਓ, ਤੁਹਾਡਾ ਆਨਸਰ ਐਵਰੇਜ ਫਾਈਂਡ ਕਰ ਦੂਗਾ ਉਹ। ਇਹ 2 ਟ੍ਰਿਕਸ ਜਿਹੜੀਆਂ ਦੱਸੀਆਂ ਨੇ ਇਹਨਾਂ ਨੂੰ ਯਾਦ ਕਰੋ ਤੇ ਪੇਪਰ 'ਚ ਜਦੋਂ ਆਊਗਾ ਅਪਲਾਈ ਕਰੋ ਹੈ ਨਾ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।